ਜਿਨ੍ਹਾਂ ਨੇ ਖੇਡ ਮੈਦਾਨ ਦੇ ਵਿੱਚ ਕਦੇ ਹਿੰਮਤ ਨਹੀਂ ਹਾਰੀ ਤੇ ਕਈ ਰਿਕਾਰਡ ਤੋੜੇ ਨੇ। ਅਫਸੋਸ ਕਿ ਅੱਜ ਉਹਨਾਂ ਨੂੰ ਸਰਕਾਰ ਹਰਾਉਣ ਤੇ ਵੀ ਲੱਗੀ ਹੈ ਤੇ ਉਹਨਾਂ ਨੂੰ ਤੋੜਨ ਤੇ ਵੀ ਲੱਗੀ ਹੈ। एक 125 पोस्टां ਸੀਗੀਆਂ ਜਿਹੜੀ ਕਿ 2016 ਦੇ ਵਿੱਚ ਸਪੋਰਟਸ ਕੋਟੇ ਦੇ ਵਿੱਚ ਕੱਢੀਆਂ ਸੀ। ਆ ਮੇਰੀ ਸਟੂਡੈਂਟ ਹੈ ਪੂਨਮਜੀਤ ਕੌਰ ਤੇ ਹੋਰ ਵੀ ਮੇਰੀ ਸਟੂਡੈਂਟਸ ਹੈਗੀਆਂ ਜਿਹੜੇ ਕਿ ਵਰਲਡ ਕੱਪ ਵੀ ਖੇਡੀਆਂ ਹੋਈਆਂ। ਉਹਨਾਂ ਦਾ ਨਾਮ ਇਸ ਲਿਸਟ ਦੇ ਵਿੱਚ ਆਉਣ ਦੇ ਬਾਵਜੂਦ ਵੀ ਸਾਰਿਆਂ ਨੂੰ ਬਾਹਰ ਕਰ ਦਿੱਤਾ ਗਿਆ। ਕਿ ਹਾਂ ਘਰ ਘਰ ਨੌਕਰੀ ਸਾਨੂੰ ਜਿਹੜੀ ਕੈਪਟਨ ਸਾਹਿਬ ਦੇਣਗੇ ਉਹਦੇ ਅਦਾਰੇ ਦੇ ਅੰਦਰ ਅਸੀਂ ਹੱਥ ਜੋੜ ਕੇ ਮਤਲਬ ਕਿ ਬੇਨਤੀ ਕਰਕੇ ਵੀ ਉਹਨਾਂ ਨੂੰ ਕਰਦੇ ਪਏ ਸੀਗੇ। ਲੇਕਿਨ ਜਿਹੜੇ ਵਿਧਾਇਕਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਤਰਸ ਦੇ ਆਧਾਰ ਤੇ ਆ ਜਿਹੜੇ ਹੈਗੇ ਆ ਕਾਬਲੀਅਤ ਦਾ ਆਧਾਰ ਵੀ ਹੈਗਾ ਵਾ, ਠੀਕ ਹੈ ਨਾ। ਕਾਬਲੀਅਤ ਨੂੰ ਵੀ ਆਧਾਰ ਬਣਾਇਆ ਜਾਵੇ ਕਿ ਵੀ ਹਾਂ ਕਾਬਲੀਅਤ ਦੇ ਆਧਾਰ ਤੇ ਬੱਚਿਆਂ ਨੂੰ ਨੌਕਰੀ ਦਿੱਤੇ ਜਾਣ। 5 ਰੁਪਏ ਦਿਹਾੜੀ ਤੇ ਮੈਂ ਕੰਮ ਕਰਦਾ ਹੁੰਦਾ ਸੀਗਾ। ਮੇਰਾ ਬਚਪਨ ਹੈ ਜਿਹੜਾ ਬਾਲ ਮਜ਼ਦੂਰੀ ਦੇ ਵਿੱਚ ਬੀਤਿਆ। ਉਸ ਤੋਂ ਬਾਅਦ ਜਵਾਨੀ ਮੇਰੀ ਆ ਕੀੜਿਆਂ ਦੇ ਵਿੱਚ ਰੁੜਦੀ ਪਈ ਆ। ਭਾਰਤ ਦੀ ਕੋਈ ਐਸਾ ਕੋਨਾ ਨਹੀਂਗਾ, ਕੋਈ ਐਸੀ ਸਟੇਟ ਨਹੀਂ ਜਿੱਥੇ ਮੈਂ ਮੈਡਲ ਨਾ ਲੈ ਕੇ ਆਇਆ ਹੋਵਾਂ, ਪੰਜਾਬ ਦਾ ਨਾਮ ਰੋਸ਼ਨ ਨਾ ਕੀਤਾ ਹੋਵੇ। ਪਿਓ ਇਹਨਾਂ ਕੁੜੀਆਂ ਦਾ, ਇਹਨਾਂ ਬੱਚਿਆਂ ਦਾ, ਜੇਕਰ ਕਿ ਪਿਓ ਨਾ ਅੱਜ ਹੱਕ ਮੰਗਦਾ ਆਪਣੇ ਬੱਚਿਆਂ ਦਾ ਕਿ ਵੀ ਹਾਂ ਮੈਨੂੰ ਪਤਾ ਕਿ ਮੇਰੇ ਬੱਚਿਆਂ ਨੇ ਕਿੰਨੀ ਮਿਹਨਤ ਕੀਤੀ ਆ, ਮੈਨੂੰ ਪਤਾ ਕਿ ਕਿਵੇਂ ਇਹ ਦਿਨ ਰਾਤ, ਕਈ ਵਾਰ ਡਾਈਟ ਨਹੀਂ ਹੁੰਦੀ ਸੀ, ਕਈ ਵਾਰ ਬਹੁਤ ਸਾਰੇ ਸੋਰਸ ਨਹੀਂ ਹੁੰਦੇ ਸੀ, ਕਈ ਵਾਰ ਅੱਛੇ ਇਕਵਿਪਮੈਂਟ ਨਹੀਂ ਹੁੰਦੇ ਸੀਗੇ। ਉਸ ਤੋਂ ਬਾਅਦ ਵੀ ਇਹਨਾਂ ਬੱਚਿਆਂ ਨੇ ਆਪਣੇ ਫਾਈਟ ਕਰਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਮੈਂ ਇਹ ਨਹੀਂ ਕਹਿੰਦਾ ਨੌਕਰੀਆਂ ਹੋਰ ਕੱਢੋ, ਮੈਂ ਇਹ ਕਹਿੰਦਾ ਵਾ ਜਿਹੜੀ ਲਿਸਟ ਦੇ ਵਿੱਚ ਹੈਗਾ ਆ ਉਸ ਲਿਸਟ ਦੇ ਵਿੱਚ ਸਾਡਾ ਨਾਮ ਆਇਆ ਹੋਇਆ ਵਾ ਉਹੀ ਸਾਨੂੰ ਦੇ ਦਿਓ। 15 ਦਿਨ ਪਹਿਲਾਂ ਜੁਆਇਨਿੰਗ ਹੋਣ ਦਾ ਸੀਗਾ, ਜੁਆਇਨਿੰਗ ਲੱਗ ਤੱਕ ਪਹੁੰਚ ਗਈ ਸੀ, ਲੈਟਰ ਮਿਲਣੀ ਸੀਗੀ। 15 ਦਿਨ ਪਹਿਲਾਂ ਪਤਾ ਚੱਲਦਾ ਹੈ ਕਿ ਗੇਮ ਹੀ ਬਾਹਰ ਕਰ ਦਿੱਤੀ ਗਈ। 5 ਸਾਲ ਹੋ ਚੱਲੇ ਹਜੇ ਤੱਕ ਧੱਕੇ ਖਾ ਰਿਆਂ ਨੂੰ ਬਸ ਇੱਕ ਰੀਜ਼ਨ ਨਹੀਂ ਮਿਲ ਰਿਹਾ ਹੈਗਾ ਕਿ ਇਹ ਗੇਮ ਬਾਹਰ ਕਿਉਂ ਕੀਤੀ ਗਈ ਆ। ਸਾਡੇ ਨਾਲ ਹਰਿਆਣੇ ਦੇ ਬੱਚੇ ਵੀ ਆ ਨੇ, ਉਹਨਾਂ ਨੂੰ ਜਦੋਂ ਮਤਲਬ ਮੈਡਲ ਮਿਲਦਾ ਵਾ ਤੇ ਜਾਂਦਿਆਂ ਸਾਰੀ ਜੌਬ ਆ ਤੇ ਮਤਲਬ ਉਹਨਾਂ ਨੂੰ ਚੈੱਕ ਮਿਲਦੇ ਆ। ਪਰ ਇੱਧਰ ਆਪਣੇ ਪੰਜਾਬ ਵਿੱਚ ਕੋਈ ਵੀ ਮੈਡਲ ਆਉਂਦਾ ਕਿਸੇ ਦੀ ਕੋਈ ਪੁੱਛਗਿੱਛ ਨਹੀਂ ਹੈਗੀ। ਸਾਨੂੰ ਲੱਗ ਰਿਹਾ ਵਾ ਵੀ ਇਸ ਟਾਈਮ ਵੀ ਸਾਨੂੰ ਹਰਿਆਣੇ ਵੱਲੋਂ ਖੇਡਣਾ ਚਾਹੀਦਾ ਸੀ, ਸ਼ਾਇਦ ਅਸੀਂ ਹੁਣ ਤੱਕ ਕਿਸੇ ਜੌਬ ਤੇ ਲੱਗੇ ਹੁੰਦੇ। ਜਿਨ੍ਹਾਂ ਨੇ ਖੇਡ ਮੈਦਾਨ ਦੇ ਵਿੱਚ ਕਦੇ ਹਿੰਮਤ ਨਹੀਂ ਹਾਰੀ ਤੇ ਕਈ ਰਿਕਾਰਡ ਤੋੜੇ ਨੇ। ਅਫਸੋਸ ਕਿ ਅੱਜ ਉਹਨਾਂ ਨੂੰ ਸਰਕਾਰ ਹਰਾਉਣ ਤੇ ਵੀ ਲੱਗੀ ਹੈ ਤੇ ਉਹਨਾਂ ਨੂੰ ਤੋੜਨ ਤੇ ਵੀ ਲੱਗੀ ਹੈ। ਤੇ ਖਬਰਸਾਰ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। 16 ਲੱਖ ਨੌਕਰੀਆਂ ਦੇ ਵਾਅਦੇ ਦਾ ਪੋਸਟਮਾਰਟਮ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ, ਪਰ ਅਫਸੋਸ ਉਹਨਾਂ 16 ਲੱਖ ਨੌਕਰੀਆਂ ਦੇ ਵਿੱਚ ਇਹਨਾਂ 2 ਖਿਡਾਰੀਆਂ ਨੂੰ ਕਿਤੇ ਵੀ ਜਗ੍ਹਾ ਨਹੀਂ ਮਿਲੀ। ਕਿਉਂ ਨਹੀਂ ਮਿਲੀ ਉਹ ਵੀ ਦੱਸਾਂਗੇ ਤੇ ਕੀ ਕੁਝ ਇਹ ਹੁਣ ਤੱਕ ਕਰ ਚੁੱਕੇ ਨੇ। ਹੱਥਾਂ ਦੇ ਵਿੱਚ ਮੈਡਲ ਤੁਸੀਂ ਦੇਖ ਰਹੇ ਹੋ, ਇਹ ਥੋੜੇ ਜਿਹੇ ਹੀ ਮੈਡਲ ਹੈ ਜੋ ਇਹ ਲੈ ਕੇ ਆਏ ਨੇ। ਨਾਲ ਇਹ ਕੁਝ ਸਰਟੀਫਿਕੇਟ ਨੇ, 5-7 ਫਾਈਲਾਂ ਸਰਟੀਫਿਕੇਟਸ ਦੀਆਂ ਉਹ ਹੋਰ ਅੰਦਰ ਪਈਆਂ ਨੇ। ਤਸਵੀਰਾਂ ਦੇ ਵਿੱਚ ਤੁਸੀਂ ਉਹ ਸਰਟੀਫਿਕੇਟਸ ਦੇਖ ਵੀ ਸਕਦੇ ਹੋ। ਪਰ ਕਾਰਨ ਕੀ ਰਿਹਾ, ਗੱਲਬਾਤ ਕਰਾਂਗੇ। ਸਤੀਸ਼ ਕੁਮਾਰ ਜੀ ਤੇ ਪੂਨਮਜੀਤ ਕੌਰ ਸਾਡੇ ਨਾਲ ਇਸ ਵੇਲੇ ਮੌਜੂਦ ਨੇ। ਸਤੀਸ਼ ਜੀ, 16 ਲੱਖ ਨੌਕਰੀਆਂ ਦੇ ਵਿੱਚ ਤੁਹਾਡਾ ਨੰਬਰ ਕਿਤੇ ਨਹੀਂ ਆਇਆ? ਸਰ ਸਾਡਾ ਤਾਂ 16 ਲੱਖ ਦਾ ਤਾਂ ਸਾਨੂੰ ਪਤਾ ਹੀ ਨਹੀਂ ਕਦੋਂ ਕੀ ਨਿਕਲੀਆਂ ਕਦੋਂ ਕੀ ਆਈਆਂ, ਠੀਕ ਹੈ ਨਾ। 125 ਪੋਸਟਾਂ ਦਾ ਸਾਨੂੰ ਪੂਰਾ ਵੇਰਵਾ ਹੈ ਸਰ ਕਿ 125 ਪੋਸਟਾਂ ਦੇ ਵਿੱਚ ਸਾਡਾ ਮਤਲਬ ਕਿ 2016 ਦੇ ਵਿੱਚ ਜਿਹੜਾ ਨਿਕਲੀਆਂ ਸੀਗੀਆਂ, ਠੀਕ ਹੈ ਨਾ, ਉਹਦੇ ਵਿੱਚ ਸਾਡਾ ਨਾਮ ਆਇਆ ਸੀਗਾ, ਮੇਰਾ ਤੇ ਮੇਰੇ ਬੱਚਿਆਂ ਦਾ, ਠੀਕ ਹੈ ਨਾ। ਉਹਦੇ ਤੌਰ ਤੇ ਸਾਡਾ ਸੰਘਰਸ਼ ਚੱਲਦਾ ਪਿਆ ਆ। ਤੇ ਗੱਲ ਇਦਾਂ ਹੈ ਸਰ ਕਿ ਵੀ ਹਾਂ ਵੀ ਜਦੋਂ ਮਤਲਬ ਕਿ ਇੰਨੇ ਪੋਸਟਾਂ ਦੇ ਵਿੱਚ ਸੌਫਟਬਾਲ ਦੇ ਨੈਸ਼ਨਲ ਪਲੇਅਰਸ ਦਾ ਨਾਮ ਆਇਆ, ਠੀਕ ਹੈ ਨਾ, ਉਸ ਵੇਲੇ ਨਾ ਸਾਡੇ ਵੀ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀਗਾ ਕਿ ਹਾਂਜੀ ਕਿ ਵੀ ਬਹੁਤ ਵਧੀਆ ਗੱਲ ਹੈ ਕਿ ਜਦੋਂ ਕਿ 2 ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਕਿ ਵੀ ਹਾਂ ਵੀ ਸਟਾਰ ਲੱਗ ਜਾਣੇ ਆ। ਲੇਕਿਨ ਸਾਨੂੰ ਨਹੀਂ ਪਤਾ ਸੀ ਸਮੇਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਟਾਰ ਹੀ ਨਹੀਂ ਬਲਕਿ ਬੇਕਾਰ ਬਣ ਜਾਣਾ ਆ, ਠੀਕ ਹੈ ਨਾ। ਹੁਣ ਵੀ ਜੇ ਮਤਲਬ 2016 ਤੋਂ ਹੀ ਅਸੀਂ ਚੰਗੀ ਸਿਹਤ ਸਾਨੂੰ ਮਿਲੀ ਹੁੰਦੀ, ਜੋਬ ਮਿਲੀ ਹੁੰਦੀ, ਠੀਕ ਹੈ ਨਾ, ਯਾਨੀ ਕਿ ਕੋਈ ਕਮੀ ਜੇ ਕੋਈ ਕੱਢਣ ਵਾਲਾ ਬੈਠੇ ਨਾ, ਮੈਂ ਕਹਿੰਦਾ ਬਿਠਾ ਲਓ, ਜੇ ਕੋਈ 10 ਹੈਗੇ 20 ਬੰਦੇ ਆ ਜਿੰਨੇ ਵੀ ਹੈਗੇ ਆ, ਕੋਈ ਇੱਕ ਜਣਾ ਵੀ ਇਹ ਕਹਿ ਜੂਗਾ ਨਾ ਕਿ ਇਹਨਾਂ ਬੱਚਿਆਂ ਦੇ ਵਿੱਚ ਇੱਕ ਕਮੀ ਹੈਗੀ ਆ ਤੇ ਅਸੀਂ ਕਹਿ ਦਾਂਗੇ ਕਿ ਸਾਨੂੰ ਜੋਬ ਨਾ ਦਿਓ ਜੀ। ਸਤੀਸ਼ ਜੀ, ਕੁਆਲੀਫਿਕੇਸ਼ਨ ਕੀ ਹੈ ਤੁਹਾਡੀ? ਹੋ ਸਕਦਾ ਸਰਕਾਰ ਕੁਆਲੀਫਿਕੇਸ਼ਨ ਪੱਖੋਂ ਕਹਿ ਰਹੀ ਹੋਵੇ ਨਹੀਂ ਸਤੀਸ਼ ਜੀ ਜ਼ਿਆਦਾ ਪੜ੍ਹੇ ਲਿਖੇ ਨਹੀਂ, ਇਸ ਕਰਕੇ ਨੌਕਰੀ ਨਹੀਂ ਦੇਣੀ ਅਸੀਂ। ਸਰ ਬੜਾ ਅੱਛਾ ਸਵਾਲ ਹੈ ਇਹ
ਤੇ ਮੈਂ ਤੁਹਾਨੂੰ ਦੱਸਦਾ ਵਾਂ ਕਿ ਵੀ ਚਲੋ ਪੜ੍ਹਾਈ ਦਾ ਨਾ ਜਦੋਂ ਮੈਂ ਕਿਵੇਂ ਕੀਤੀ ਉਹ ਬਾਅਦ ਚ ਮੈਂ ਤੁਹਾਨੂੰ ਦੱਸਾਂਗਾ, ਲੇਕਿਨ ਜਿਹੜਾ ਤੁਹਾਡਾ ਸਵਾਲ ਉਹ ਮੈਂ ਕਲੀਅਰ ਕਰਦਾ ਵਾਂ। +2 ਤੋਂ ਬਾਅਦ ਸਰ ਮੈਂ ITI ਕੀਤੀ ਆ, ITI ਤੋਂ ਬਾਅਦ ਮੈਂ ਸਰ BA ਕੀਤੀ ਆ, BA ਤੋਂ ਬਾਅਦ ਮੈਂ BPEd ਕੀਤੀ ਆ, BPEd ਤੋਂ ਬਾਅਦ ਮੈਂ MPEd ਕੀਤੀ ਆ, MPEd ਤੋਂ ਬਾਅਦ ਮੈਂ MPhil ਕੀਤੀ ਆ, ਠੀਕ ਹੈ ਨਾ। PhD ਦਾ ਟੈਸਟ ਵੀ ਮੈਂ ਦਿੱਤਾ ਸੀਗਾ, ਲੇਕਿਨ ਫਾਈਨੈਂਸ਼ੀਅਲ ਵੀਕ ਹੋਣ ਕਰਕੇ ਮੈਂ ਉਹ PhD ਕਰ ਨਹੀਂ ਸਕਿਆ। ਤੁਸੀਂ ਵਿੱਤੀ ਤੌਰ ਤੇ ਕਮਜ਼ੋਰੀ ਦੀ ਗੱਲ ਕੀਤੀ ਹੈ, ਪਰਿਵਾਰ ਕਿਵੇਂ ਦਾ ਹੈ ਜਾਂ ਬਚਪਨ ਤੁਹਾਡਾ ਕਿਵੇਂ ਨਿਕਲਿਆ, ਮੈਂ ਉਹ ਵੀ ਜਾਣਨਾ ਜ਼ਰੂਰ ਚਾਹਾਂਗਾ। ਸਰ ਬਚਪਨ ਦੀ ਤਾਂ ਮੈਂ ਤੁਹਾਨੂੰ ਦੱਸਣਾ, ਜਿੱਥੇ ਤੱਕ ਮੈਨੂੰ ਮੇਰੇ ਅੱਜ ਤੱਕ ਯਾਦ ਆ, ਮੈਂ ਸਰ ਸਟਾਰਟਿੰਗ ਦੇ ਵਿੱਚ, ਕਿਉਂਕਿ ਮੇਰੇ ਫਾਦਰ ਸਾਹਿਬ ਨੂੰ ਕੈਂਸਰ ਸੀਗਾ, ਜਿੱਥੇ ਸਾਡੇ ਘਰ ਦੇ ਹਾਲਾਤ ਨਾ ਖਰਾਬ ਹੋਏ। ਮੇਰੇ ਮਾਤਾ ਜੀ ਪਹਿਲੇ ਤੋਂ ਹੀ ਮਜ਼ਦੂਰੀ ਕਰਨ ਲੱਗੇ ਹੋਏ ਸੀਗੇ, ਤੇ ਉਸ ਤੋਂ ਬਾਅਦ ਕੀ ਹੋਇਆ ਕਿ ਵੀ ਜਿੱਥੇ ਮਾਤਾ ਜੀ ਫੁੱਲ ਟਾਈਮ ਕੰਮ ਕਰਦੇ ਸੀਗੇ ਤੇ ਹਾਫ ਟਾਈਮ ਕੰਮ ਕਰਨ ਦਾ ਬੀੜਾ ਮੈਂ ਵੀ ਚੁੱਕ ਲਿਆ। ਮੈਂ ਸਟਾਰਟਿੰਗ ਦੇ ਵਿੱਚ ਸਰ ਗੂੰਦ ਕਤੀਰੇ ਤੋਂ ਸਟਾਰਟ ਕੀਤਾ ਸੀਗਾ, ਗੂੰਦ ਕਤੀਰਾ ਵੇਚਣਾ ਸ਼ੁਰੂ ਕੀਤਾ, ਦਾਲਾਂ ਵੇਚਣੀਆਂ ਸ਼ੁਰੂ ਕੀਤੀਆਂ, ਠੀਕ ਹੈ ਨਾ। ਉਸ ਤੋਂ ਬਾਅਦ ਸਰ ਟ੍ਰੇਨ ਦੇ ਵਿੱਚ ਦਾਲਾਂ ਵੇਚਦਾ ਹੁੰਦਾ ਸੀਗਾ, ਠੀਕ ਹੈ ਨਾ। ਉਸ ਤੋਂ ਬਾਅਦ ਸਰ ਮੈਂ ਫੋਟੋਗ੍ਰਾਫਸ ਜਿਹੜੇ ਹੁੰਦੇ 3-3 ਰੁਪਏ ਪੋਸਟਰ, ਉਹ ਵੀ ਮੈਂ ਵੇਚੇ ਸਰ। ਉਸ ਤੋਂ ਇਲਾਵਾ ਸਰ ਮੈਂ ਜਿੱਥੇ ਤੱਕ ਮੈਨੂੰ ਯਾਦ ਆ, ਮੈਂ 5 ਰੁਪਏ ਦਿਹਾੜੀ ਤੇ ਬੱਗਾ ਪੈਡਲ ਵੀ ਬਣਾਉਂਦਾ ਹੁੰਦਾ ਸੀਗਾ। ਉਸ ਤੋਂ ਬਾਅਦ ਸਰ ਮੈਂ ਇੱਕ ਬੁੱਕ ਮਾਰਕੀਟ ਦੇ ਵਿੱਚ ਬੁੱਕਸ ਤੇ ਕੰਮ ਕਰਦਾ ਸੀਗਾ। ਉਸ ਤੋਂ ਬਾਅਦ ਮੈਂ ਕਾਰ ਬਾਜ਼ਾਰ ਦੇ ਵਿੱਚ ਕਾਰਾਂ ਵੀ ਸਾਫ਼ ਕਰਦਾ ਹੁੰਦਾ ਸੀਗਾ, ਠੀਕ ਹੈ ਨਾ। ਮਤਲਬ ਉਦੋਂ ਮੈਨੂੰ ਇਹ ਲੱਗਦਾ ਕਿ ਸ਼ਾਇਦ ਮੈਂ ਪੜ੍ਹਿਆ ਇੰਨਾ ਨਹੀਂ ਹੈਗਾ, ਹਾਂ। ਤੇ ਉਸ ਤੋਂ ਤਾਂ ਕਰਕੇ ਮੈਨੂੰ ਹਾਲੇ ਜੌਬ ਦੇ ਮੈਂ ਕਾਬਿਲ ਨਹੀਂ ਹੈਗਾ, ਕਿਉਂਕਿ ਉਹ +2 ਤੱਕ ਦੀਆਂ ਕਹਾਣੀਆਂ ਸੀਗਾ। ਉਸ ਤੋਂ ਬਾਅਦ ਮੇਰਾ ਕੋਚਿੰਗ ਦੇ ਵਿੱਚ ਪੈਰ ਪੈ ਗਿਆ, ਤੇ ਮੇਰਾ ਕੋਚਿੰਗ ਦੇ ਨਾਲ ਮੈਂ ਆਪਣਾ ਘਰ ਚਲਾਉਣ ਲੱਗ ਗਿਆ, ਠੀਕ ਹੈ ਨਾ। ਕੋਚਿੰਗ ਦੇ ਵਿੱਚ ਮੈਨੂੰ ਇਹੋ ਜਿਹੇ ਬੱਚੇ ਮਿਲੇ ਜਿਹੜੇ ਕਿ ਵਾਕਈ ਹੀ ਮੇਰੇ ਵਰਗੇ ਸੀਗੇ, ਕਿਉਂਕਿ ਮੈਂ ਆਪਣਾ ਬਚਪਨ ਜੀ ਨਹੀਂ ਸਕਿਆ, ਤੇ ਮੈਂ ਆਪਣਾ ਬਚਪਨ ਉਹਨਾਂ ਬੱਚਿਆਂ ਦੇ ਵਿੱਚ ਜਿਉਂਦਾ ਸੀਗਾ, ਠੀਕ ਹੈ ਨਾ। ਤੇ ਉਹਨਾਂ ਬੱਚਿਆਂ ਨੂੰ ਮੈਂ ਇਸ ਕਾਬਿਲ ਬਣਾਉਣਾ ਚਾਹੁੰਦਾ ਸੀਗਾ ਕਿ ਤਾਂ ਕਿ ਉਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਤੰਗੀਆਂ ਜਿਹੋ ਜਿਹੀ ਮੈਂ ਚਰੀਆਂ ਨੇ, ਉਹੋ ਜਿਹੀਆਂ ਮੈਨੂੰ ਸਾਹਮਣਾ ਨਾ ਕਰਨਾ ਪਵੇ, ਠੀਕ ਹੈ ਨਾ। ਕਈ ਵਾਰ ਫਿਰ ਉਸ ਤੋਂ ਬਾਅਦ ਨਾ ਜਦੋਂ ਮੈਂ ਪੜ੍ਹ ਲਿਖ ਕੇ ਮਤਲਬ ਕਿ MPhil ਤੱਕ ਮੈਂ ਪਹੁੰਚ ਗਿਆ, ਠੀਕ ਹੈ ਨਾ। ਤੇ 4 ਸਾਲ ਐਜ਼ ਅ ਹੈਡ ਆਫ ਦਾ ਡਿਪਾਰਟਮੈਂਟ ਮੈਂ ਪ੍ਰਾਈਵੇਟ ਪੜ੍ਹਾਇਆ ਵੀ, ਤੇ ਠੀਕ ਹੈ ਨਾ। ਉਸ ਤੋਂ ਬਾਅਦ ਵੀ ਨਾ ਜਦੋਂ ਫਿਰ ਮੈਂ ਆ ਗਿਆ, ਤੇ ਉਸ ਤੋਂ ਬਾਅਦ ਜਦੋਂ 2016 ਦੇ ਵਿੱਚ ਮੈਨੂੰ ਇਹ ਪੋਸਟਾਂ ਦਾ ਪਤਾ ਲੱਗਿਆ ਕਿ ਵੀ ਮੇਰਾ ਜਿਹੜਾ ਆ 2016 ਦੇ ਵਿੱਚ ਆ ਪੋਸਟਾਂ ਦੇ ਵਿੱਚ ਮੇਰੀ ਸਿਲੈਕਸ਼ਨ ਹੋਈ ਆ, ਠੀਕ ਹੈ ਨਾ। ਉਹ ਤੋਂ ਬਾਅਦ ਜਦੋਂ ਡਾਕੂਮੈਂਟ ਵਗੈਰਾ ਸਾਡੇ ਚੈੱਕ ਹੁੰਦੇ ਆ, ਚੈੱਕ ਹੋਣ ਤੋਂ ਬਾਅਦ ਕੀ ਹੁੰਦਾ ਆ ਕਿ ਵੀ ਸਾਨੂੰ ਮਤਲਬ ਕਿ ਚੋਣ ਜ਼ਾਬਤਾ ਦਾ ਪਤਾ ਲੱਗਦਾ, ਚੋਣ ਜ਼ਾਬਤਾ ਲੱਗ ਗਿਆ ਆ, ਤੇ ਸਾਡਾ ਨਾਮ ਚੋਣ ਜ਼ਾਬਤਾ ਦੇ ਨਾਲ ਜਿਵੇਂ ਜਿਵੇਂ ਸਰਕਾਰ ਗਈ ਉਦੋਂ ਚੋਣ ਜ਼ਾਬਤਾ ਦੇ ਵਿੱਚ ਸਾਡਾ ਬੱਚਿਆਂ ਦਾ ਨਾਮ, ਮੇਰਾ ਵੀ ਤੇ ਮੇਰੇ ਬੱਚਿਆਂ ਦਾ ਵੀ ਨਾਮ ਉੱਡ ਗਿਆ, ਠੀਕ ਹੈ ਨਾ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂ ਨਾ ਸਰ, ਮੈਂ ਤੇ ਨਾ ਉਹ ਜਿਹੜੀ ਗੱਲ ਹੈ ਨਾ ਆ ਫੜੀ ਤੱਕ ਲਾਣ ਤੱਕ ਆ ਗਿਆ ਸੀਗਾ, ਠੀਕ ਹੈ ਨਾ। ਆ ਤੁਹਾਡੇ ਸਾਹਮਣੇ ਬਾਦਲ ਸਾਹਿਬ ਵੀ ਹੈਗੇ ਆ ਜਿਹੜੇ ਮੈਨੂੰ 골ਡ ਮੈਡਲ ਜਿੱਤਣ ਤੋਂ ਬਾਅਦ ਅਵਾਰਡ ਦੇ ਰਹੇ ਆ, ਠੀਕ ਹੈ ਨਾ। ਇਹ ਮੇਰੀ ਨਿਊਜ਼ ਵੀ ਲੱਗੀ ਸੀ ਕਿ ਵੀ ਹਾਂ ਇੰਨਾ ਪੜ੍ਹਿਆ ਲਿਖਿਆ ਬੱਚਾ, ਠੀਕ ਹੈ ਨਾ, ਕਿ ਰੋਡ ਤੇ ਫੜੀਆਂ ਲਾ ਕੇ ਜੁੱਤੀਆਂ ਵੇਚਦਾ ਪਿਆ। ਮੈਂ ਕਹਿੰਦਾ ਕਿ ਵੀ ਹਾਂ ਕੰਮ ਇਹ ਵੀ ਨਹੀਂ ਮਾੜਾ ਹੈਗਾ ਸਰ, ਠੀਕ ਹੈ ਨਾ। ਰੋਜੀ ਰੋਟੀ ਮੈਨੂੰ ਦਿੱਤੀ ਹੈ ਇਸ ਕੰਮ ਨੇ, ਠੀਕ ਹੈ ਨਾ। ਤਾਂ ਕਰਕੇ ਮੈਂ ਚੱਲਦਾ ਰਿਹਾ ਕਿ ਇਹ ਕੰਮ ਦੇ ਨਾਲ ਮੇਰੀ ਰੋਜੀ ਰੋਟੀ ਚੱਲਦੀ ਰਹੀ। ਲੇਕਿਨ ਉਹ ਮੇਰੀ ਮਾਂ ਦੀ ਆਤਮਾ ਬੜੀ ਦੁਖਦੀ ਹੈ ਕਿ ਵੀ ਮੈਂ ਇੰਨਾ ਪੜ੍ਹਾਇਆ, ਸੰਘਰਸ਼ ਕੀਤਾ, ਆਪਣੇ ਗਹਿਣੇ ਤੱਕ ਵੇਚ ਦਿੱਤੇ, ਠੀਕ ਹੈ ਨਾ। ਤੇ ਬੱਚੇ ਲਈ ਮੈਂ ਮਿਹਨਤ ਕੀਤੀ, ਮਜ਼ਦੂਰੀ ਕਰਕੇ, ਠੀਕ ਹੈ ਨਾ। ਫੀਸਾਂ ਦਾ ਅਰੇਂਜਮੈਂਟ ਮੈਂ ਵੀ ਕਰਦੀ ਹੁੰਦੀ ਸੀ, ਕਿਉਂਕਿ ਸਰ ਜਿੰਨੀ ਯੂਨੀਵਰਸਿਟੀਆਂ ਦੇ ਵਿੱਚ ਮੈਂ ਪੜ੍ਹਿਆ, ਠੀਕ ਹੈ ਨਾ, ਲਾਈਕ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੜ੍ਹਿਆ, ਠੀਕ ਹੈ ਨਾ। ਉਹ ਤੋਂ ਬਾਅਦ LPU ਵਿੱਚ ਵੀ ਮੈਂ ਪੜ੍ਹਿਆ, ਠੀਕ ਹੈ। ਉੱਥੇ ਘੱਟ ਪੈਸੇ ਤਾਂ ਲੱਗਦੇ ਨਹੀਂ ਸਰ, ਠੀਕ ਹੈ ਨਾ। ਜੇ ਮੰਨ ਲਓ ਕੋਈ ਥੋੜ੍ਹੇ ਬਹੁਤੇ ਪੈਸੇ ਦੀ ਐਡਜਸਟਮੈਂਟ ਹੋ ਵੀ ਜਾਂਦੀ ਆ, ਤੇ ਉਸ ਤੋਂ ਬਾਅਦ ਸਰ ਜਿਹੜਾ ਹੋਸਟਲ ਦਾ ਖਰਚਾ ਵਗੈਰਾ ਕਿਹੜਾ ਘੱਟ ਹੁੰਦਾ ਸਰ। ਮੈਂ 3 ਸਾਲ ਹੋਸਟਲ ਦੇ ਵਿੱਚ ਰਿਹਾ ਵਾਂ, ਠੀਕ ਹੈ ਨਾ। ਉੱਥੇ LPU ਪੜ੍ਹਦਾ, ਉੱਥੇ ਮੈਂ PG 'ਚ ਰਿਹਾ ਵਾਂ, ਤੇ ਉੱਥੋਂ ਬਾਅਦ ਮਾਤਾ ਪਿਤਾ ਵੀ ਤੁਹਾਡੇ ਮਤਲਬ ਕਿ ਇਹੀ ਦਿਹਾੜੀ ਵਗੈਰਾ ਹੀ ਕਰਦੇ ਸੀ? ਸਰ ਮੇਰੇ ਫਾਦਰ ਸਾਹਿਬ ਵੀ ਦਿਹਾੜੀ ਉਹ ਕਰਦੇ ਹੁੰਦੇ ਸੀ। ਫਾਦਰ ਸਾਹਿਬ ਨੂੰ ਕੈਂਸਰ ਜਦੋਂ ਹੋ ਗਿਆ, ਉਹ ਤਾਂ ਮਤਲਬ ਮੰਜੇ ਤੇ ਆ ਗਏ, ਠੀਕ ਹੈ ਨਾ। ਉਹ ਤੋਂ ਬਾਅਦ ਜਿਹੜੀ ਬਾਗਡੋਰ ਸੀ ਨਾ ਰੋਟੀ ਦੀ ਪੜਾਉਣ ਦੀ, ਠੀਕ ਹੈ ਨਾ, ਮੇਰੇ ਮਾਤਾ ਦੇ ਹੱਥੀ ਬਾਗਡੋਰ ਸੀਗੀ, ਠੀਕ ਹੈ ਨਾ। ਅਸਲ ਹੀਰੋ ਮੇਰੀ ਲਾਈਫ ਦੀ ਮੇਰੀ ਮਾਤਾ ਆ। ਮੈਂ ਗੁਜ਼ਾਰਿਸ਼ ਕਰਦਾ ਰੱਬ ਨੂੰ, ਠੀਕ ਹੈ ਨਾ, ਕਿ ਵੀ ਹਾਂ ਵੀ ਹਰ ਜਨਮ ਦੇ ਵਿੱਚ ਮੈਂ ਜਿਹੜੀ ਵੀ ਸਦੀ ਵਿੱਚ ਜਦੋਂ ਵੀ ਮੈਂ ਕਦੇ ਕਿਸੇ ਜਨਮ ਦੇ ਵਿੱਚ ਜਨਮ ਲਵਾਂ ਨਾ, ਤੇ ਉਸ ਜਨਮ ਦੇ ਵਿੱਚ ਮੈਨੂੰ ਪਰਮਾਤਮਾ ਮਾਂ ਉਹੀ ਦੇਵੇ, ਠੀਕ ਹੈ ਨਾ ਸਰ। ਯਾਨੀ ਕਿ ਐਡੀ ਸੰਘਰਸ਼ ਦੀ ਕਹਾਣੀ ਆ, ਮਤਲਬ ਕਿ ਅੱਜ ਮਤਲਬ ਫਿਰ ਵੀ ਉਹ ਮਾਤਾ ਨੂੰ ਆਸ ਹੈ ਇਸ ਸਰਕਾਰ ਦੇ ਉੱਤੇ ਕਿ ਵੀ ਹਾਂ ਵੀ ਉਹ ਆਸ ਸਾਡੀ ਜਿੰਦੀ ਆ ਕਿ ਵੀ ਹਾਂ ਵੀ ਇਹਨਾਂ ਪੋਸਟਾਂ ਜਿਹੜੀ 125 ਪੋਸਟਾਂ ਦਾ ਕੁਛ ਨਾ ਕੁਛ ਬਣੇਗਾ, ਠੀਕ ਹੈ ਨਾ। ਉਹ ਮਾਂ ਦੇ ਸੰਘਰਸ਼ ਦਾ ਕੁਛ ਨਾ ਕੁਛ ਬਣੇਗਾ। ਯਾਨੀ ਕਿ ਅੱਜ ਦੇ ਦਿਨ ਵੀ ਮੈਂ ਕੱਲ੍ਹ ਦੱਸਾਂ ਨਾ ਸਰ, ਅੱਜ ਵੀ ਮੈਂ ਤਾਂ ਚੰਡੀਗੜ੍ਹ ਆ, ਤੁਹਾਡੇ ਨਾਲ ਇੰਟਰਵਿਊ ਕਰਦਾ ਪਿਆ, ਤੇ ਉਹ ਇਸ ਟਾਈਮ ਤੇ ਮੇਰੀ ਮਾਂ ਟੋਕਰੇ ਸਿਰ ਤੇ ਢਾਉਂਦੀ ਹੋਣੀ ਆ, ਠੀਕ ਹੈ ਨਾ। ਉਹਦੇ ਬਾਜੂਆਂ 'ਚ ਇੰਨੀ ਜਾਨ ਨਹੀਂ ਰਹੀ, ਲੇਕਿਨ ਉਹਦੇ ਹੌਸਲੇ ਹਾਲੇ ਵੀ ਨਹੀਂ ਟੁੱਟੇ। ਮੇਰੀ ਮਾਂ ਦੇ ਹੌਸਲੇ ਨੂੰ ਦੇਖ ਕੇ ਮੇਰਾ ਦੁੱਗਣਾ ਤਿਗਣਾ ਹੌਸਲਾ ਬਣ ਜਾਂਦਾ ਹੈ ਕਿ ਜਦੋਂ ਮੇਰੀ ਮਾਂ ਹੀ ਨਹੀਂ ਟੁੱਟੀ ਤੇ ਮੈਂ ਕਿਹੜੇ ਗੱਲੋਂ ਟੁੱਟਾਂ, ਤੇ ਠੀਕ ਹੈ ਨਾ। ਤਾਂ ਕਰਕੇ ਸਰ ਮੈਂ ਅੱਜ ਵੀ ਹੌਸਲਾ ਬਣਾ ਕੇ ਨਾ ਮੈਂ ਚੰਡੀਗੜ੍ਹ ਆਇਆ ਵਾਂ। ਜੀ ਕਦੇ ਸਰਕਾਰਾਂ ਦੀਆਂ ਕਰਤੂਤਾਂ ਦੇਖ ਕੇ ਜਾਂ ਆਪਣੀ ਮਾਂ ਦੀ ਹਾਲਤ ਦੇਖ ਕੇ
ਤੁਸੀਂ ਇਕੱਲੇ 'ਚ ਬੈਠ ਕੇ ਕਦੇ ਰੋਂਦੇ ਵੀ ਹੋ? ਹੋਏ ਹੋਏ ਸਰ, ਠੀਕ ਹੈ ਨਾ। ਮੈਂ ਆਪਣੇ ਆਪ ਨੂੰ ਨਾ, ਮੇਰਾ ਮਤਲਬ ਨਾ, ਮੇਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁਖੀ ਹੈਗੇ ਆ, ਠੀਕ ਹੈ, ਡਾਇਰੈਕਟਰ ਸਪੋਰਟਸ, ਉਹ ਨਾ ਮੈਨੂੰ ਹੈਪੀ ਸਿੰਘ ਕਹਿੰਦੇ ਹੁੰਦੇ ਸੀਗੇ। ਹੈਪੀ ਸਿੰਘ ਕਹਿਣ ਦਾ ਕਾਰਨ ਹੁੰਦਾ ਸੀਗਾ ਕਿ ਮੇਰੇ ਚਿਹਰੇ ਤੇ ਨਾ ਹਮੇਸ਼ਾ ਹੀ ਸਮਾਈਲ ਰਹਿੰਦੀ ਆ, ਠੀਕ ਹੈ ਨਾ। ਮੈਂ ਹੱਸਦਾ ਹੀ ਰਹਿਣਾ ਕਿਉਂਕਿ ਮੇਰੇ ਵਿੱਚ ਟੈਲੈਂਟ ਆ ਗਿਆ ਇਸ ਚੀਜ਼ ਦਾ, ਕਿ ਉਹ ਦੁੱਖ ਜਿਹੜੇ ਸਰੀਰ ਦੇ ਵਿੱਚੋਂ ਨਿਕਲਦੇ ਪਏ ਨਾ, ਉਹਨਾਂ ਦੁੱਖਾਂ ਨੂੰ ਮੁਕਾਉਣ ਦਾ ਇੱਕੋ ਹੀ ਹੈ ਕਿ ਵੀ ਹਾਂ ਵੀ ਚਿਹਰੇ ਤੇ ਸਮਾਈਲ ਰੱਖੋ। ਕਿਉਂਕਿ ਸਰ ਲੋਕ ਨਾ ਤੁਹਾਡਾ ਮਜ਼ਾਕ ਉਡਾਉਣਗੇ ਉਸ ਵੇਲੇ ਜਿਸ ਵੇਲੇ ਤੁਹਾਡੀ ਅੱਖਾਂ ਦੇ ਵਿੱਚ ਪਾਣੀ ਹੁੰਦਾ ਆ, ਠੀਕ ਹੈ ਨਾ। ਉਹਨਾਂ ਲੋਕਾਂ ਤੋਂ ਮੈਨੂੰ ਕੁਝ ਲੈਣਾ ਦੇਣਾ ਨਹੀਂ ਹੈਗਾ। ਗੱਲ ਇੱਦਾਂ ਹੈ ਕਿ ਵੀ ਹਾਂ ਵੀ ਮੇਰੀ ਮਾਂ ਦਾ ਜਦੋਂ ਜਿਸ ਦਿਨ ਨਾ ਇੱਕ ਦਿਨ ਹੋਲੀ ਦਾ ਤਿਉਹਾਰ ਸੀਗਾ, ਹੋਲੀ ਦੇ ਤਿਉਹਾਰ ਤੇ ਨਾ ਲੋਕ ਨਾ ਮਤਲਬ ਕਿ ਹੋਲੀ ਮਨਾ ਰਹੇ ਸੀਗੇ, ਲੇਕਿਨ ਮੇਰੀ ਮਾਤਾ ਜੀ ਕੀ ਕਰ ਰਹੇ ਸੀਗਾ ਵੀ ਹਾਂ ਵੀ ਆਪਣਾ ਚਮਕ ਤੇ ਉਹ ਪੱਤੀਆਂ ਤੇ ਜਿਹੜੀ ਹੈਗੀ ਆ ਬੋਰੇ ਚੱਕ ਕੇ ਲੋਹਾ ਚੁਗਣ ਦੇ ਲਈ ਜਾ ਰਹੇ ਸੀਗੇ। ਕਾਰਨ ਮੈਂ ਉਦੋਂ ਬਹੁਤ ਰੋਇਆ ਸੀਗਾ ਤੇ ਉਦੋਂ ਮੈਂ ਪ੍ਰਣ ਵੀ ਕੀਤਾ ਸੀਗਾ ਕਿ ਵੀ ਹਾਂ ਵੀ ਮੇਰੇ ਮਾਤਾ ਜੀ ਜਿਵੇਂ ਕਿ ਤਿਉਹਾਰ ਦੇ ਦਿਨ ਵੀ ਕੰਮ ਤੇ ਜਾ ਰਹੇ ਆ ਕਿ ਵੀ ਹਾਂ ਵੀ ਸ਼ਾਮ ਨੂੰ ਸਾਡੇ ਘਰ ਦੇ ਵਿੱਚ ਰੋਟੀ ਪੱਕਦੀ ਹੋ ਜੇ। ਤਿਉਹਾਰ ਹੋਵੇ ਚਾਹੇ ਕੋਈ ਵੀ ਦਿਨ ਹੋਵੇ ਸਰ, ਭੁੱਖ ਤਾਂ ਤੁਹਾਨੂੰ ਪਤਾ ਨਾ, ਚਾਹੇ ਤਿਉਹਾਰ ਹੋਵੇ ਚਾਹੇ ਕੋਈ ਮਾੜਾ ਮੋਟਾ ਜਿਹੜਾ ਵੀ ਦਿਨ ਹੋਵੇ, ਤਿੰਨੇ ਟਾਈਮ ਢਿੱਡ ਰੋਟੀਆਂ ਮੰਗਦਾ ਹੀ ਮੰਗਦਾ ਆ। ਤੇ ਉਸ ਦਿਨ ਮੈਂ ਪ੍ਰਣ ਕੀਤਾ ਸੀਗਾ ਕਿ ਵੀ ਹਾਂ ਵੀ ਮੈਂ ਚੰਗਾ ਪੜਾਂਗਾ, ਚੰਗਾ ਮਤਲਬ ਕਿ ਮਿਹਨਤ ਕਰਾਂਗਾ ਤੇ ਇੱਕ ਦਿਨ ਮੈਂ ਸਰਕਾਰੀ ਅਫਸਰ ਲੱਗਾਂਗਾ ਕਿ ਵੀ ਹਾਂ ਵੀ ਮੇਰੇ ਮਾਤਾ ਦੇ ਨਾ ਦੁੱਖ ਦੂਰ ਕਰਾਂਗਾ। ਲੇਕਿਨ ਉਹ ਜਿਹੜਾ ਮਤਲਬ ਕਿ ਮੈਂ ਆਪਣੇ ਅੰਦਰ ਉਸ ਹੌਸਲੇ ਨੂੰ ਜਿਉਂਦਾ ਤਾਂ ਰੱਖਿਆ, ਲੇਕਿਨ ਹੁਣ ਗੱਲ ਹੈ ਕਿ ਵੀ ਹਾਂ ਵੀ ਜਿਸ ਤਰ੍ਹਾਂ ਨਾਲ ਮੇਰੇ ਮੰਮੀ ਅੱਜ ਵੀ ਦਿਹਾੜੀ ਕਰਦੇ ਪਏ ਆ, ਉਹ ਹੌਸਲਾ ਲਗਾਤਾਰ ਟੁੱਟਦਾ ਪਿਆ ਆ ਤੇ ਮੈਂ ਆਪਣੀ ਮਾਂ ਨੂੰ ਦੇਖ ਕੇ ਆਪਣਾ ਹੌਸਲਾ ਬਣਾਉਂਦਾ ਪਿਆ ਆ। ਸਤੀਸ਼ ਜੀ, ਤੁਸੀਂ ਦੱਸਿਆ ਸੀ ਤੇਜ਼ਾਬ ਦੀ ਫੈਕਟਰੀ ਵਿੱਚ ਵੀ ਤੁਸੀਂ ਕਿਤੇ ਕੰਮ ਕੀਤਾ ਹੈ, ਉਹ ਵੀ ਉਦੋਂ ਜਦੋਂ ਸਾਡੇ ਦੇਸ਼ ਦੇ ਵਿੱਚ ਬਾਲ ਮਜ਼ਦੂਰੀ ਤੇ ਬੈਨ ਹੈ, ਮਜਬੂਰੀਆਂ ਨੇ ਕੀ ਕੁਝ ਕਰਵਾਇਆ ਹੈ। ਤੁਸੀਂ ਦਾਲ ਵੀ ਵੇਚੀ ਹੈ, ਤੁਸੀਂ ਗੁੰਦ ਕਤੀਰਾ ਵੀ ਵੇਚਿਆ ਹੈ, ਤੁਸੀਂ ਪੋਸਟਰ ਵੀ ਵੇਚੇ ਨੇ, ਤੇ ਉਹ ਤੇਜ਼ਾਬ ਵਾਲੀ ਫੈਕਟਰੀ ਦਾ ਤਜਰਬਾ ਕਿਵੇਂ ਸੀ? ਸਰ ਤੇਜ਼ਾਬ ਵਾਲੀ ਫੈਕਟਰੀ ਦਾ ਨਾ ਮਤਲਬ ਕਿ ਬੜਾ ਹੀ ਮਾੜਾ ਤਜਰਬਾ ਸੀਗਾ, ਠੀਕ ਹੈ। ਅਰਾ ਜੇ ਫੜੀ ਇੱਕ ਮਿੰਟ ਮੈਂ ਤੁਹਾਨੂੰ ਪ੍ਰੈਕਟੀਕਲ ਦਿਖਾਉਣਾ ਵਾ ਤੇਜ਼ਾਬ ਵਾਲੀ ਫੈਕਟਰੀ ਦਾ ਕੀ ਪ੍ਰਭਾਵ ਪਿਆ ਮੇਰੇ ਤੇ। ਆ ਬੋਡੀ ਆ ਮੇਰੀ, ਆ ਤੇ ਆ ਫੇਸ ਦਾ ਕਲਰ ਦੇਖੋ, ਇਹ ਪ੍ਰਭਾਵ ਪਿਆ ਆ ਤੇਜ਼ਾਬ ਦੀ ਫੈਕਟਰੀ ਦਾ, ਠੀਕ ਹੈ ਨਾ। ਯਾਨੀ ਕਿ ਮੈਂ ਕਹਿਣ ਤੋਂ ਭਾਵੇਂ ਇਹ ਕਹਿਣਾ ਸਰ ਕਿ ਵੀ ਹਾਂ ਵੀ ਇਹ ਜਿਹੜਾ ਮੇਰਾ ਚਿਹਰੇ ਦਾ ਕਾਲਾ ਰੰਗ ਨਾ ਐਵੇਂ ਨਹੀਂ ਹੋ ਗਿਆ, ਇਹੋ ਜਿਹੇ ਸੰਘਰਸ਼ ਦੇ ਨਾਲ ਹੀ ਹੋਇਆ ਵਾ। ਉਦੋਂ ਉਮਰ ਕਿੰਨੀ ਸੀ ਤੁਹਾਡੀ? ਸਰ ਮਤਲਬ 7ਵੀਂ ਦੇ ਵਿੱਚ ਕਿਹੜੇ ਬੱਚੇ ਦੀ ਕਿੰਨੀ ਕੁ ਉਮਰ ਹੋਏਗੀ? 7ਵੀਂ ਕਲਾਸ ਦੇ ਵਿੱਚ ਤੇਜ਼ਾਬ ਦੀ ਫੈਕਟਰੀ ਦੇ ਵਿੱਚ ਕੰਮ ਕਰਨਾ ਔਖਾ ਸੀ, ਜਾਂ ਫਿਰ ਹੁਣ ਆਪਣਾ ਹੱਕ ਲੈਣ ਲਈ ਸਰਕਾਰੀ ਦਰਬਾਰੇ ਆ ਕੇ ਆਪਣਾ ਹੱਕ ਮੰਗਣਾ? ਸਰ ਫਿਲਹਾਲ ਤੇ ਮੈਨੂੰ ਨਾ ਉਹ ਕੰਮ ਬਿਲਕੁਲ ਔਖਾ ਨਹੀਂ ਲੱਗਦਾ ਸੀਗਾ, ਠੀਕ ਹੈ ਨਾ। ਇਹ ਕੰਮ ਮੈਨੂੰ ਥੋੜਾ ਔਖਾ ਲੱਗਦਾ ਪਿਆ, ਇਹ ਤੁਹਾਨੂੰ ਸਹੀ ਗੱਲ ਦੱਸਾਂ। ਜਿਹੜਾ ਸਰਕਾਰ ਕੋਲ ਮੈਂ ਨੌਕਰੀ ਮੰਗ ਰਿਹਾ ਨਾ ਮੇਰੀ, ਤੇ 5 ਸਾਲ ਹੋ ਗਏ ਸਰ ਸੰਘਰਸ਼ ਕਰਦਿਆਂ ਨੂੰ। ਅੱਜ ਤੁਹਾਡੇ ਸਾਹਮਣੇ ਅੱਜ ਫੀਲਡ ਦੇ ਵਿੱਚ ਆਏ ਆ, 5 ਸਾਲ ਥੋੜੇ ਨਹੀਂ ਹੁੰਦੇ ਸਰ, ਠੀਕ ਹੈ ਨਾ। ਕभी ਹਾਂ ਵੀ ਸੰਘਰਸ਼ ਕਰਦਾ ਹੋਇਆ ਮੈਂ, ਮੇਰੇ ਬੱਚੇ ਲਗਾਤਾਰ ਸੰਘਰਸ਼ ਕਰਦੇ ਪਏ ਆ, ਠੀਕ ਹੈ ਨਾ। ਮਤਲਬ ਪਤਾ ਕੀ ਗੱਲ ਆ, ਸਪੋਰਟਸ ਵਾਲੇ ਜਿਹੜੇ ਬੱਚੇ ਹੋਣ ਨਾ ਮੋਸਟ ਪ੍ਰੋਬਬਲੀ ਗਰੀਬ ਘਰਾਂ ਦੇ ਬੱਚੇ ਹੁੰਦੇ ਆ। ਜਿਹੜਾ ਆਮ ਜਿਹੜਾ ਬੱਚਾ ਹੁੰਦਾ ਨਾ ਜਿਹਦੇ ਮਾਪੇ ਮਤਲਬ ਚੰਗੇ ਘਰ ਦੇ ਹੈਗੇ, ਫਾਈਨੈਂਸ਼ੀਅਲ ਸਟਰੋਂਗ ਹੈਗੇ ਆ, ਉਹ ਬੱਚੇ ਸਪੋਰਟਸ ਵਿੱਚ ਨਹੀਂ ਆਉਂਦੇ। ਉਹ ਵਧੀਆ ਆਪਣਾ ਬਸ ਆਪਣਾ ਕੈਰੀਅਰ ਜਾਂ ਤਾਂ ਬਿਜ਼ਨਸ ਵਿੱਚ ਬਣਾਉਂਦੇ ਜਾਂ ਫਿਰ ਫੋਰਨ ਵਿੱਚ ਚਲੇ ਜਾਂਦੇ ਆ। ਸਾਡੇ ਕੋਲ ਸਰ ਇਹੋ ਜਿਹੀ ਆਪਸ਼ਨਸ ਨਹੀਂ ਹੁੰਦੀਆਂ। ਸਾਡੇ ਕੋਲ ਤਾਂ ਇਹੀ ਹੁੰਦਾ ਕਿ ਵੀ ਹਾਂ ਜਾਂ ਤਾਂ ਪੜ੍ਹਾਈ ਸਹਾਰੇ ਆਪਣਾ ਜਿਹੜਾ ਹੱਕ ਲੈ ਲਓ ਜਾਂ ਫਿਰ ਖੇਡਾਂ ਦੇ ਸਹਾਰੇ ਆਪਣਾ ਹੱਕ ਲੈ ਲਓ। ਲੇਕਿਨ ਜਦੋਂ ਪੜ੍ਹਾਈ ਦੇ ਵਿੱਚ ਵੀ ਠੀਕ ਹੈ ਨਾ ਅਵਲ ਹੋ ਕੇ ਤੇ ਨੈਸ਼ਨਲ ਤੱਕ ਦੇ ਵਿੱਚ 골ਡ ਮੈਡਲ ਹਾਸਲ ਕਰਕੇ ਹੱਕ ਨਹੀਂ ਨਾ ਮਿਲਦੇ, ਉਦੋਂ ਸਰ ਥੋੜ੍ਹੀ ਜਿਹੀ ਨਿਰਾਸ਼ਤਾ ਜ਼ਰੂਰ ਹੁੰਦੀ ਆ। ਜੇ ਸਾਡੇ ਦੇਸ਼ ਦੇ ਵਿੱਚ ਕਹਿੰਦੇ ਨੇ ਕਿ ਬੀਜੇਪੀ ਵਾਲੇ ਖਾਸ ਤੌਰ ਤੇ ਕਹਿੰਦੇ ਨੇ, ਮੈਂ ਇਸ ਕਰਕੇ ਕੋਟ ਕਰ ਰਿਹਾ ਹਾਂ ਕਿ ਉਹ ਬਾਰ-ਬਾਰ ਕਈ ਮੌਕਿਆਂ ਤੇ ਕਹਿੰਦੇ ਨੇ ਕਿ ਇੱਕ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਕਿਉਂ ਨਹੀਂ ਬਣ ਸਕਦਾ। ਬਿਲਕੁਲ ਬਣ ਸਕਦਾ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਵੀ ਨੇ, ਪਰ ਇਹ ਇੱਕ ਨੌਜਵਾਨ ਜਿਸ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਦੇਖਿਆ ਹੈ, ਜਿਸ ਨੇ ਛੋਟੇ ਹੁੰਦੇ ਹੀ ਗੂੰਦ ਕਤੀਰਾ ਵੇਚਿਆ, ਦਾਲ ਵੇਚੀ ਹੈ, ਪੋਸਟਰ ਵੇਚੇ ਨੇ, ਤੇਜ਼ਾਬ ਤੱਕ ਵੇਚਿਆ ਹੈ, ਤਾਂ ਉਹ ਬੱਚਾ ਪੜ੍ਹ ਲਿਖਿਆ ਵੀ ਪਰ ਉਸ ਨੂੰ ਕੁਝ ਨਹੀਂ ਮਿਲਿਆ। ਪ੍ਰਧਾਨ ਮੰਤਰੀ ਦੀ ਕੁਰਸੀ ਦਾ ਛੱਡੋ, ਵਿਧਾਇਕ ਤਾਂ ਛੱਡੋ, ਉਸ ਦਾ ਬਣਦਾ ਹੱਕ ਇੱਕ ਨੌਕਰੀ ਵੀ ਜਿਹੜੀ ਸਰਕਾਰ ਦੇ ਹੀ ਨਹੀਂ ਸਕੀ। ਲੱਖ ਲਾਂਤਾਂ ਉਸ ਸਰਕਾਰ ਨੂੰ। ਇਹ ਵੀ ਨਹੀਂ ਕਿ ਪੜ੍ਹੇ ਲਿਖੇ ਨਹੀਂ, 12ਵੀਂ ਕੀਤੀ, ਫਿਰ ITI ਕੀਤੀ, ਫਿਰ BPEd ਕੀਤੀ, ਫਿਰ MPhil ਕੀਤੀ ਤੁਸੀਂ। ਤੇ ਮੇਰੇ ਖਿਆਲ 'ਚ ਮੋਦੀ ਸਾਹਿਬ ਵੀ ਇੰਨਾ ਸ਼ਾਇਦ ਨਾ ਪੜ੍ਹੇ ਹੋਣ ਜਿੰਨਾ ਕਿ ਪੜ੍ਹੇ ਨੇ। ਇਹਨਾਂ ਨੇ ਵੇਚਿਆ ਵੀ ਬੜਾ ਕੁਛ ਹੈ, ਪਰ ਮੇਰੇ ਖਿਆਲ 'ਚ ਅੱਜ ਤੱਕ ਕਦੇ ਨਹੀਂ ਵੇਚਿਆ ਤਾਂ ਆਪਣਾ ਜ਼ਮੀਰ, ਜਿਸ ਕਰਕੇ ਅੱਜ ਇਹ ਠੋਕਰਾਂ ਵੀ ਖਾ ਰਹੇ ਨੇ। ਪੂਨਮਜੀਤ ਕੌਰ ਵੀ ਸਾਡੇ ਨਾਲ ਨੇ। ਪੂਨਮਜੀਤ, ਇੱਕ ਹੱਥ ਵਿੱਚ ਮੈਡਲ, ਇੱਕ ਹੱਥ ਵਿੱਚ ਸਰਟੀਫਿਕੇਟਸ ਨੇ। ਕਦੇ ਸੋਚਿਆ ਸੀ ਇਹ ਚੁੱਕ ਕੇ ਸਾਰਾ ਕੁਛ ਕਿੱਥੇ ਇੱਕ ਤੁਸੀਂ ਮਾਣਮੱਤਾ ਇਤਿਹਾਸ ਲਿਖ ਰਹੇ ਹੋ, ਦੂਜੇ ਪਾਸੇ ਸੜਕਾਂ 'ਤੇ ਧੱਕੇ ਵੀ ਖਾਣੇ ਪੈਣਗੇ? ਨਹੀਂ ਸਰ, ਜਦੋਂ ਮਤਲਬ ਗੇਮ ਚੁਣੀ ਸੀਗੀ ਉਦੋਂ ਇਦਾਂ ਨਹੀਂ ਸੀਗਾ ਵੀ ਹਾਂ ਵੀ ਇੱਦਾਂ ਧੱਕੇ ਖਾਣੇ ਪੈਣਗੇ ਜਾਂ ਜੋਬ ਲਈ ਇੱਦਾਂ ਕੁਝ ਕਰਨਾ ਪਊਗਾ। ਉਦੋਂ ਸੀਗਾ ਵੀ ਸ਼ਾਇਦ ਮੈਡਲ ਆ ਗਏ ਨੇ ਅਤੇ ਹੁਣ ਗੌਰਮੈਂਟ ਜੋਬ ਮਿਲੂਗੀ, ਜ਼ਰੂਰ ਮਿਲੂਗੀ, ਵਿਸ਼ਵਾਸ ਸੀਗਾ। ਪਰ ਹੁਣ ਪਤਾ ਚੱਲ ਰਿਹਾ ਕਿ ਇੱਦਾਂ ਨਹੀਂ ਸੀਗਾ ਵੀ ਹਾਂ ਵੀ ਇੱਦਾਂ ਮੈਡਲ ਲੈ ਕੇ ਇੱਦਾਂ ਧੱਕੇ ਖਾ ਕੇ ਵੀ ਮਤਲਬ ਮਿਲਣਾ ਵਾ ਸਾਰਾ ਕੁਛ। ਅਗਰ ਇੱਦਾਂ ਪਹਿਲਾਂ ਪਤਾ ਹੁੰਦਾ ਤਾਂ ਗੇਮ ਨਾ ਚੁਣਦੇ। ਪੂਨਮ, ਤੁਹਾਡੇ ਫੈਮਿਲੀ ਵਿੱਚ ਕੌਣ-ਕੌਣ ਹੈਗੇ ਹੈ? ਵਿੱਤੀ ਹਾਲਤ ਪਰਿਵਾਰ ਦੀ ਠੀਕ ਹੈ ਕਿ ਨਹੀਂ ਠੀਕ? ਕਿਉਂਕਿ ਸਾਡਾ ਦੇਸ਼ ਉਹ ਹੈ ਜਿੱਥੇ ਅਸੀਂ ਕਹਿੰਦੇ ਹਾਂ ਕਿ ਬੇਟੀ
ਬਚਾਓ ਬੇਟੀ ਪੜ੍ਹਾਓ, ਬੇਟੀ ਬਚ ਵੀ ਗਈ, ਬੇਟੀ ਪੜ੍ਹ ਵੀ ਲਈ, ਬੇਟੀ ਖੇਡ ਵੀ ਲਈ। ਪਰਿਵਾਰ ਕਿੱਦਾਂ ਦਾ ਹੈ, ਵਿੱਤੀ ਹਾਲਤ ਕਿਵੇਂ ਹੈ ਪਰਿਵਾਰ? ਸਰ ਪਰਿਵਾਰ ਦੀ ਹਾਲਤ ਠੀਕ ਆ, ਮਤਲਬ ਇੰਨੀ ਨਹੀਂ ਆ। ਪਾਪਾ ਫਰੂਟ ਦਾ ਕੰਮ ਕਰਦੇ ਨੇ, ਫਰੂਟ ਵੇਚਦੇ ਨੇ, ਤੇ ਬ੍ਰਦਰ ਮਤਲਬ ਪੰਪ ਤੇ ਕੰਮ ਕਰਦਾ ਵਾ, ਮਤਲਬ ਦਿਹਾੜੀ ਕਰਦਾ ਵਾ। ਉਹ ਵੀ ਸਿਰਫ ਮੇਰੇ ਲਈ, ਕਿਉਂਕਿ ਮੈਨੂੰ ਮਤਲਬ ਵੀ ਜੌਬ ਮਿਲ ਜਾਵੇ, ਜਾਂ ਕੋਈ ਮੇਰੀ ਕੋਈ ਜਾਂ ਅਗਰ ਮੈਂ ਬਾਹਰ ਖੇਲਣ ਜਾਂਦੀ ਹਾਂ ਤਾਂ ਕੋਈ ਪ੍ਰੋਬਲਮ ਨਾ ਆਵੇ, ਤਾਂ ਮੇਰੇ ਕਰਕੇ ਉਹ ਇੰਨਾ ਕੁਛ ਕਰ। ਬ੍ਰਦਰ ਨੇ ਮੇਰੇ ਨੇ ਸਟੱਡੀ ਨਹੀਂ ਕੀਤੀ, ਸਿਰਫ ਮੇਰੇ ਲਈ ਵੀ। ਅਗਰ ਉਹ ਪੜ੍ਹਦਾ, ਜਾਂ ਫਿਰ ਉਹ ਜਾਂ ਤਾਂ ਮੈਂ ਇੱਕ ਜਾਣੇ ਨਹੀਂ ਪੜ੍ਹਨਾ ਸੀ, ਜਾਂ ਉਹ ਪੜ੍ਹੂਗਾ ਜਾਂ ਮੈਂ। ਉਹਨੇ ਆਪਣੀ ਸਟੱਡੀ ਛੱਡਤੀ ਸੀ ਤੇ ਦਿਹਾੜੀ ਕਰਨ ਲੱਗ ਗਿਆ ਸੀਗਾ। ਤੁਹਾਡੀ ਕੁਆਲੀਫਿਕੇਸ਼ਨ ਕੀ ਹੈ? ਮੈਂ BA MA ਤੇ PGDC ਕੀਤੀ ਹੋਈ ਹੈ, ਮਾਸਟਰ ਡਿਗਰੀ। ਕਦੇ ਦਿਲ ਵਿੱਚ ਜਦੋਂ ਤੁਸੀਂ ਆਪਣੇ ਭਰਾ ਨੂੰ, ਆਪਣੇ ਵੀਰ ਨੂੰ ਦੇਖਦੇ ਹੋ, ਕਦੇ ਹੁੰਦਾ ਨਹੀਂ ਦਿਲ ਵਿੱਚ ਵੀ ਮੈਨੂੰ ਮੇਰੇ ਫਾਦਰ ਨੇ ਇੰਨੇ ਔਖਾ ਹੋ ਕੇ ਇੰਨਾ ਪੜ੍ਹਾਇਆ ਵੀ, ਮੇਰੇ ਭਰਾ ਨੇ ਮੇਰੇ ਕਰਕੇ ਆਪਣੀ ਪੜ੍ਹਾਈ ਛੱਡੀ ਤਾਂ ਜੋ ਮੇਰੀ ਭੈਣ ਪੜ੍ਹ ਜਾਵੇ, ਤੇ ਅੱਜ ਸਰਕਾਰਾਂ ਕਰਕੇ ਮੈਂ ਵੀ ਧੱਕੇ ਖਾਣ ਨੂੰ ਮਜਬੂਰ ਹਾਂ? ਹਾਂਜੀ ਸਰ, ਫੀਲ ਹੁੰਦਾ ਵਾ, ਕਿਉਂਕਿ ਬਹੁਤ ਆਸ ਨਾਲ ਕੀਤਾ ਸੀਗਾ ਵੀ ਕੋਈ ਗੱਲ ਨਹੀਂ, ਵੀ ਜੌਬ ਮਿਲੂਗੀ ਅਗਰ ਮੈਂ ਸਪੋਰਟਸ ਕਰਦੀ ਹਾਂ, ਅਗਰ ਉਹਨਾਂ ਨੇ ਮੇਰੇ ਪਿੱਛੇ ਇੰਨੀ ਮਿਹਨਤ ਕੀਤੀ ਆ। ਤੇ ਹੁਣ ਪਤਾ ਚੱਲ ਰਿਹਾ ਵੀ ਕਿ ਮੈਨੂੰ ਸੀਗਾ ਵੀ ਸ਼ਾਇਦ ਉਹਨਾਂ ਦੇ ਸੁਪਨੇ ਪੂਰੇ ਹੋਣਗੇ ਵੀ, ਪਰ ਹੁਣ ਲੱਗ ਰਿਹਾ ਵੀ ਨਹੀਂ ਆ, ਵੀ ਇਦਾਂ ਦਾ ਕੁਝ ਨਹੀਂ ਹੈ। ਵੀ ਅਗਰ ਧੱਕੇ ਖਾ ਕੇ ਉਹਨਾਂ ਨੇ ਮੇਰੇ ਪਿੱਛੇ ਇੰਨੀ ਮਿਹਨਤ ਕੀਤੀ ਆ, ਤੇ ਮੈਂ ਵੀ ਅਗਰ ਉਹਨਾਂ ਨੂੰ ਕੁਝ ਦੇਣਾ ਸੀਗਾ, ਤੇ ਪਰ ਨਹੀਂ, ਹਜੇ ਕੁਝ ਨਹੀਂ ਇਦਾਂ ਦਾ ਹੋਇਆ ਵੀ ਹਾਂ ਵੀ ਜੌਬ ਮਿਲੂ। ਇਹ ਤਰਾਸਦੀ ਹੈ ਸਾਡੇ ਦੇਸ਼ ਦੀ। ਜਿਵੇਂ ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਬੇਟੀ ਬਚਾਓ ਬੇਟੀ ਪੜ੍ਹਾਓ, ਬਚਾ ਵੀ ਲਈ, ਪੜ੍ਹਾ ਵੀ ਲਈ, ਖਿਡਾ ਵੀ ਲਈ, ਮੈਡਲ ਵੀ ਲੈ ਆਈ। ਆਪਣਾ ਹੱਕ ਤਾਂ ਤੁਸੀਂ ਜਿਹੜਾ ਆਪਣੀ ਡਿਊਟੀ ਬਣਦੀ ਹੈ ਤੁਸੀਂ ਉਹਦਾ ਨਿਭਾਓ। ਪੂਨਮਜੀਤ ਦਾ ਤੇ ਸਤੀਸ਼ ਜੀ ਦਾ ਨਾ ਗੁਰਲਾਲ ਜੀ ਦੇ ਨਾਲ ਇੱਕ ਰਿਸ਼ਤਾ ਅਜਿਹਾ ਹੈ, ਕਿਉਂਕਿ ਸੁੱਖ ਵੇਲੇ ਸਾਰੇ ਖੜਦੇ ਨੇ ਪਰ ਔਖੇ ਵੇਲੇ ਕੋਈ ਖੜਦਾ ਹੈ। ਗੁਰਲਾਲ ਜੀ ਸਮਾਜ ਸੇਵੀ ਨੇ ਤੇ ਕਹਾਣੀ ਬੜੀ ਦਿਲਚਸਪ ਹੈ। ਪੂਨਮਜੀਤ ਨੂੰ ਜਦੋਂ ਸਰਕਾਰਾਂ ਤੋਂ ਕੋਈ ਆਸ ਨਹੀਂ ਰਹੀ ਤਾਂ ਗੁਰਲਾਲ ਜੀ ਕੋਲ ਨੌਕਰੀ ਲੈਣ ਲਈ ਆਈ। ਕੀ ਕੁਝ ਹੋਇਆ ਗੁਰਲਾਲ ਜੀ ਕੋਲ ਪੁੱਛਾਂਗੇ। ਗੁਰਲਾਲ ਜੀ, ਪੂਨਮਜੀਤ ਜੀ ਤੁਹਾਡੇ ਕੋਲ ਆਏ ਸੀ ਕਹਿੰਦੇ ਨੌਕਰੀ ਵਾਸਤੇ? ਮੈਂ ਪਹਿਲਾਂ ਤਾਂ ਸਾਰੇ ਪ੍ਰੈਸ ਵੀਰਾਂ ਦਾ ਧੰਨਵਾਦ ਕਰਦਾ, ਸਤਿ ਸ਼੍ਰੀ ਅਕਾਲ ਕਰਦਾ ਸਾਰਿਆਂ ਨੂੰ। ਵੀ ਇੱਕ ਗਰੀਬ ਦੇ ਬੱਚੇ ਦੀ ਪ੍ਰੈਸ ਨੇ ਆਵਾਜ਼ ਚੁੱਕੀ, ਜਿਹੜੇ ਉਹਨਾਂ ਦੇ ਹੱਕ ਦਿਵਾਉਣ ਲਈ। ਸਾਰੀ ਪ੍ਰੈਸ ਦਾ, ਸਾਰੇ ਵੀਰਾਂ ਦਾ ਧੰਨਵਾਦ ਕਰਦਾ। ਇਹ ਪੂਨਮਜੀਤ ਮੇਰੇ ਤੋਂ ਅੱਜ ਤੋਂ 1.5 ਸਾਲ ਪਹਿਲਾਂ ਮੇਰੇ ਕੋਲੋਂ ਨੌਕਰੀ ਲੈਣ ਆਉਂਦੀ ਆ ਵੀ ਸਰ ਮੇਰੇ ਕੋਲ ਇੰਨੀਆਂ ਡਿਗਰੀਆਂ, ਮੈਂ ਸਪੋਰਟਸ 'ਤੇ ਕਰਕੇ ਆ, ਮੈਨੂੰ ਪ੍ਰਾਈਵੇਟ ਜੌਬ ਦਿੱਤੀ ਜਾਵੇ। ਪ੍ਰਾਈਵੇਟ ਜੌਬ 'ਚ ਤੁਹਾਨੂੰ ਪਤਾ ਹੀ ਹੈ 5000 6000 ਤੋਂ ਵੱਧ ਕਿਸੇ ਨੂੰ ਨਹੀਂ ਜੌਬ ਮਿਲਦੀ ਜੀ। ਜਦੋਂ ਮੈਂ ਇਹਦੇ ਬਾਰੇ ਸੁਣਿਆ ਤੇ ਮੈਂ ਇਹਨੂੰ ਕਿਹਾ ਪੁੱਤ ਵੀ ਤੈਨੂੰ ਸਰਕਾਰੀ ਜੌਬ ਨਹੀਂ। ਇਹਨੇ ਮੈਨੂੰ ਦੱਸਿਆ ਵੀ 16 'ਚ ਮੇਰੀ ਸਿਲੈਕਸ਼ਨ ਹੋ ਗਈ ਸੀ ਸਬ ਇੰਸਪੈਕਟਰ ਦੀ, ਤੇ ਮੇਰਾ ਲਿਸਟ 'ਚੋਂ ਨਾਂ ਕੱਢਤਾ। ਪਤਾ ਨਹੀਂ ਵੀ ਹੋਰ ਬੱਚੇ ਪਾਲੇ ਜਿਹੜੇ ਇਹਨਾਂ ਕੋਲ ਸਿਫਾਰਸ਼ ਸੀ ਜਾਂ ਕੋਈ ਪੈਸਾ ਸੀ, ਇਹ ਨਹੀਂ ਮੈਨੂੰ ਪਤਾ, ਪਰ ਇਹਨਾਂ ਦਾ ਨਾਂ ਬੱਚਾ ਗਰੀਬ ਕਰਕੇ ਜਿਹੜਾ ਪਹੁੰਚ ਹੀ ਨਹੀਂ ਸਕਦਾ ਚੰਡੀਗੜ੍ਹ, ਉਹਦਾ ਨਾਂ ਕੱਢਤਾ। ਤੇ ਮੈਂ ਇਹਦਾ ਮੁੱਦਾ ਚੱਕਿਆ ਸਮਾਜ ਸੇਵੀ ਹੋਣ ਦੇ ਕਾਰਨ। ਮੈਂ 3-4 ਵਾਰੀ ਦਾ ਸਪੋਰਟਸ ਮੰਤਰੀ ਸਾਹਿਬ ਨੂੰ ਮਿਲਿਆ, ਤੇ ਮੈਨੂੰ ਇਹ ਯਾਦ ਆ ਵੀ 4-5 ਵਾਰੀ ਮੈਂ ਸਪੋਰਟਸ ਡਾਇਰੈਕਟਰ ਸਾਹਿਬ ਨੂੰ ਮਿਲਿਆ, ਜਿਨ੍ਹਾਂ ਨੇ ਇੱਕ ਮਿੱਠੀ ਗੋਲੀ ਦਿੱਤੀ ਆ, ਐਪਲੀਕੇਸ਼ਨ ਲੈ ਕੇ ਰੱਖ ਲੈਂਦੇ ਆ, ਬਸ ਆਂਦੇ ਹਫ਼ਤੇ ਬਾਅਦ ਆਇਆ, ਹਫ਼ਤੇ ਬਾਅਦ ਫਿਰ ਆਉਂਦੀ ਵਿਚਾਰੀ ਪੈਸੇ ਮੰਗ ਕੇ, ਫਿਰ ਲਾਰਾ ਲਾ ਕੇ ਮੁੜ ਜਾਂਦੇ। ਅੱਜ ਸਪੋਰਟਸ ਸੈਕਟਰੀ ਨੂੰ ਮਿਲੇ ਆ, ਸਪੋਰਟਸ ਸੈਕਟਰੀ ਨੇ ਵੀ ਇੱਕ ਪੱਲਾ ਝਾੜ ਦੇ ਕਿਹਾ ਮੈਂ ਤੁਹਾਡੇ ਲਈ ਕੁਝ ਕਰੂੰਗਾ ਕਿੱਦਣ ਸਰ? 4.5 ਸਾਲ ਤਾਂ ਹੋ ਗਏ ਇਹਨਾਂ ਨੂੰ, 5 ਸਾਲ ਧੱਕੇ ਖਾਂਦੇ ਨੂੰ, ਕਿੱਦਣ ਕਰੋਗੇ? ਇਹ ਤਾਂ ਦੱਸ ਦਿਓ ਕਿਸੇ ਨੂੰ। ਕਿਉਂ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਦੇ ਪਏ ਜੇ ਬੱਚੇ? ਆਪਾਂ ਅੱਜ ਸਾਰੇ ਪ੍ਰੈਸ ਤੇ ਨਿਊਜ਼ ਤੇ ਚੱਲਦੀ ਰਹੀ ਜੈਪਾਲ ਭੁੱਲਰ ਦੀ। ਜੈਪਾਲ ਭੁੱਲਰ ਇੱਕ ਇਸ ਲਾਈਨ 'ਚ ਕਿਉਂ ਆਇਆ? ਉਹ ਵੀ ਇੱਕ ਖਿਡਾਰੀ ਸੀ, ਠੀਕ ਹੈ। ਕਿਉਂ ਇਸ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਦੇ? ਕਿਉਂ ਇਹਨਾਂ ਨੂੰ ਗੈਂਗਸਟਰ ਬਣਾਉਣਾ ਚਾਹੁੰਦੇ ਜੀ? ਕਿਉਂ ਇਹਨਾਂ ਨੂੰ ਨਸ਼ਿਆਂ ਤੇ ਲਾਉਣਾ ਚਾਹੁੰਦੇ ਜੀ? ਜੇ ਬੱਚਿਆਂ ਨੂੰ ਜੌਬ ਨਹੀਂ ਦੇ ਸਕਦੇ ਤੁਸੀਂ ਤੇ ਉਂਝ ਹੀ ਬੋਲ ਦਿਓ। ਬੱਚਿਆਂ ਨੂੰ ਕਿਉਂ ਮਾੜਾ ਕਰਦੇ? ਇਦੋਂ ਤਾਂ ਹਰਿਆਣਾ ਸਰਕਾਰ ਚੰਗੀ ਆ। ਸਪੋਰਟਸ ਨੂੰ ਜਿਹੜਾ ਵੀ ਉਹ ਜਦੋਂ ਬੱਚਾ ਕੋਈ 골ਡ ਮੈਡਲ ਲੈ ਕੇ ਆਉਂਦਾ, ਸਰਕਾਰ ਜੀ ਆਇਆਂ ਨੂੰ ਕਹਿੰਦੀ ਆ, ਉਹਨਾਂ ਨੂੰ ਨਗਦ ਇਨਾਮ ਵੀ ਦਿੰਦੀ ਆ, ਜੌਬ ਵੀ ਦਿੰਦੀ ਆ। ਪੰਜਾਬ ਸਰਕਾਰ ਕੀ ਦਿੰਦੀ ਪਈ ਆ? ਇੱਕ ਗੱਲਾਂ ਝੂਠੀਆਂ, ਝੂਠੇ ਵਾਅਦੇ। ਇਹ ਗੱਲ ਸਰ ਠੀਕ ਨਹੀਂ ਗੀ ਪੰਜਾਬ ਸਰਕਾਰ ਲਈ। ਲੇਕਿਨ ਗੁਰਲਾਲ ਜੀ ਦੀ ਵੀ ਤਾਰੀਫ ਹੈ ਕਿ ਇਹ ਦੇਖੋ 1.5 ਸਾਲ ਤੋਂ ਪੂਨਮਜੀਤ ਤੇ ਸਤੀਸ਼ ਉਹਨਾਂ ਦੇ ਨਾਲ ਚੰਡੀਗੜ੍ਹ ਵੀ ਆ ਰਹੇ ਨੇ, 3-4 ਵਾਰ ਮੁਲਾਕਾਤ ਵੀ ਕੀਤੀ ਹੈ, ਪਰ ਉਹਦਾ ਸਿੱਟਾ ਨਿਕਲਿਆ ਕੀ ਉਹ ਤੁਹਾਡੇ ਸਾਹਮਣੇ ਹੈ। ਮੇਰੇ ਖਿਆਲ 'ਚ ਪਿਛਲੇ ਚੋਣ ਜ਼ਾਬਤੇ ਦੀ ਗੱਲ ਹੈ ਜਦੋਂ ਤੁਹਾਨੂੰ ਨੌਕਰੀ ਮਿਲਣੀ ਸੀ। ਅਗਲਾ ਚੋਣ ਜ਼ਾਬਤਾ ਆ ਗਿਆ ਹੈ, ਉਮੀਦ ਹਲੇ ਵੀ ਕੋਈ ਅਸਾਰ ਲੱਗਦੇ ਨੇ ਕਿ ਨਹੀਂ? ਸਰ ਉਮੀਦ ਤੇ ਤਾਂ ਤੁਹਾਨੂੰ ਪਤਾ ਹੈ ਅਸੀਂ ਕਾਇਮ ਆ, ਠੀਕ ਹੈ ਨਾ, ਕਿ ਵੀ ਹਾਂ ਹੁਣ ਵੀ ਜਿਵੇਂ DSP ਦੀ ਨੌਕਰੀ ਮਿਲੀ ਆ ਵਿਧਾਇਕਾਂ ਦੇ ਬੱਚਿਆਂ ਨੂੰ, ਠੀਕ ਹੈ ਨਾ, ਉਦੋਂ ਸਾਡੀ ਉਮੀਦ ਹੋਰ ਜਾਗ ਗਈ। ਕਾਰਨ ਕੀ ਆ ਕਿ ਵੀ ਜਿਵੇਂ ਕੈਪਟਨ ਸਾਹਿਬ ਨੇ ਕਿਹਾ ਸੀ ਘਰ ਨੌਕਰੀ ਅਸੀਂ ਦੇਵਾਂਗੇ, ਸ਼ਾਇਦ ਉਹਨਾਂ ਜਿਹੜੇ ਵਿਧਾਇਕਾਂ ਦਾ ਘਰ ਪਹਿਲਾਂ ਆਂਦਾ ਆ, ਤੇ ਸਾਡੇ ਜਿਹੜੇ ਵਰਗੇ ਵੋਟਰ ਹੈ, ਜਿਹੜੇ ਗਰੀਬ ਵੋਟਰ ਹੈ, ਨਹੀਂ ਉਹਨਾਂ ਨੂੰ ਤਰਸ ਦੇ ਆਧਾਰ ਤੇ ਦਿੱਤੀ ਹੈ ਨਾ, ਤੁਹਾਡੇ 'ਤੇ ਤਰਸ ਨਹੀਂ ਆਉਂਦਾ? ਸਰ ਗੱਲ ਇੱਦਾਂ ਆ
ਜੇ ਤਰਸ ਦੇ ਆਧਾਰ ਤੇ ਮਤਲਬ ਕਿ ਦੇਣੀ ਹੈ ਨੌਕਰੀ ਤਾਂ ਤਰਸ ਦੇ ਆਧਾਰ ਤੇ ਦੇ ਦਿਓ, ਨਹੀਂ ਤਾਂ ਜੇ ਇੱਕ ਆਧਾਰ ਹੋਰ ਬਣ ਸਕਦਾ ਕਾਬਲੀਅਤ ਦਾ ਆਧਾਰ, ਕਾਬਲੀਅਤ ਦੇ ਆਧਾਰ ਤੇ ਵੀ ਸਾਨੂੰ ਨੌਕਰੀ ਦਿੱਤੀ ਜਾ ਸਕਦੀ ਆ। ਆਧਾਰ ਜਿਹੜਾ ਮਰਜ਼ੀ ਬਣਾ ਲਓ, ਸਰਕਲ ਦਾ ਕੰਨ ਇੱਧਰੋਂ ਫੜੋ ਜਾਂ ਇੱਧਰੋਂ ਫੜੋ, ਗੱਲ ਸਾਡੇ ਲਈ ਇੱਕੋ ਹੀ ਆ, ਠੀਕ ਹੈ ਨਾ। ਨੌਕਰੀ ਹਨ ਸਾਨੂੰ ਕਹਿੰਦੇ ਕਿ ਵੀ ਹਾਂ, ਜੇ ਮੈਂ ਇੱਕ ਸਵਾਲ ਕਰਾਂ, ਜੇਕਰ ਅਕਾਲੀਆਂ ਦੇ ਵੇਲੇ ਠੀਕ ਹੈ ਨਾ ਸਾਡੀ ਮਤਲਬ ਨੌਕਰੀਆਂ ਨਿਕਲੀਆਂ ਸੀ 125 ਪੋਸਟਾਂ, ਉਹ ਤੋਂ ਬਾਅਦ ਕਾਂਗਰਸ ਸਰਕਾਰ ਦੇ ਵਿੱਚ ਅਸੀਂ ਸੰਘਰਸ਼ ਕਰਦੇ ਪਏ ਆ। ਹੁਣ ਖੂਹ ਦੇ ਵਿੱਚ ਡਿੱਗੇ ਨੂੰ ਜੇਕਰ ਬੰਦੇ ਨੂੰ ਕੋਈ ਸਵਾਲ ਕਰੇ ਨਾ ਕਿ ਹਾਂ ਵੀ ਤੇਰੇ ਲਈ ਚੰਗਾ ਕੌਣ ਆ, ਕਿ ਵੀ ਹਾਂ ਵੀ ਤੇਰੇ ਲਈ ਅਕਾਲੀ ਚੰਗੇ ਆ ਜਾਂ ਫਿਰ ਕਾਂਗਰਸ ਚੰਗਾ ਆ, ਤੇ ਮੈਨੂੰ ਤਾਂ ਜਿਹੜਾ ਖੂਹ ਦੇ ਵਿੱਚ ਉਸ ਡਿੱਗੇ ਦਲਦਲ ਦੇ ਵਿੱਚੋਂ ਜਿਹੜਾ ਕੱਢੂਗਾ ਨਾ, ਮੇਰੇ ਲਈ ਉਹੀ ਚੰਗੇ ਆ। ਅਸੀਂ ਤਾਂ ਉਹਦੇ ਹੀ ਗੁਣ ਗਾਵਾਂਗੇ, ਅਸੀਂ ਤਾਂ ਉਹਦੇ ਹੀ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਤਰੱਕੀਆਂ ਦੀ, ਇਹਨਾਂ ਨੂੰ ਹੋਰ ਵਾਧਾ ਚੜ੍ਹਦਾ ਕਰੀ। ਨਹੀਂ, ਉਹਨਾਂ ਨੇ ਵੀ ਕਿਹੜਾ ਅਹਿਸਾਨ ਕਰਨਾ ਹੈ, ਤੁਹਾਡਾ ਹੱਕ ਬਣਦਾ। ਜਿਵੇਂ ਤੁਸੀਂ ਕਿਹਾ ਵੀ ਕਾਬਲੀਅਤ ਦੇ ਆਧਾਰ ਤੇ ਤੁਹਾਡਾ ਤਾਂ ਹੱਕ ਬਣਦਾ ਹੈ, ਉਹਨਾਂ ਦਾ ਤਾਂ ਹੱਕ ਵੀ ਨਹੀਂ ਬਣਦਾ ਸੀ। ਉਹ ਪਤਾ ਨਹੀਂ ਕਿਹੜੇ ਆਧਾਰ ਤੇ, ਕਿ ਉਹ ਦੋ ਹੀ ਸੀ ਜਿਹੜੇ ਸ਼ਹੀਦਾਂ ਦੇ ਪਰਿਵਾਰ ਸੀ, ਕਿ ਪੰਜਾਬ ਦੇ ਵਿੱਚ ਹੋਰ ਕੋਈ ਸ਼ਹੀਦ ਨਹੀਂ ਹੋਇਆ। ਬੜੇ ਸਵਾਲ ਨੇ, ਬਹੁਤ ਸਵਾਲ ਨੇ। ਜਿਵੇਂ ਹੁਣ ਗੁਰਲਾਲ ਜੀ ਨੇ ਇੱਕ ਸਵਾਲ ਕੀਤਾ ਹੈ, ਕਹਿੰਦੇ ਜੈਪਾਲ ਭੁੱਲਰ ਦੀਆਂ ਖਬਰਾਂ ਬਹੁਤ ਚੱਲੀਆਂ ਨੇ ਹੁਣ। ਕਿੰਨੇ ਕੁ ਨੌਜਵਾਨ ਨੇ ਜੋ ਖੇਡਾਂ ਨੂੰ ਛੱਡ ਕੇ ਉਸ ਦਲਦਲ ਵਿੱਚ ਫਸੇ ਨੇ? ਤੁਸੀਂ ਜਾਣਦੇ ਹੋ ਕਿਸੇ ਨੂੰ? ਸਰ ਮੈਂ ਤਾਂ ਪਤਾ ਨਹੀਂ ਕਿੰਨੇ ਬੱਚੇ ਜਾਣਦਾ ਵਾਂ, ਠੀਕ ਹੈ ਨਾ। ਇਹੋ ਜਿਹੇ ਇੱਕ ਨਹੀਂ ਹੈਗੇ, 100 ਦੀ ਗਿਣਤੀ ਮੈਂ ਤੁਹਾਨੂੰ ਗਿਣਾ ਦਿਆਂਗਾ, ਠੀਕ ਹੈ ਨਾ। ਫੜ ਕੇ ਹੱਥ ਗਿਣਾ ਦਾਂਗਾ ਕਿ ਆਹ ਬੱਚਾ ਖੇਡਦਾ ਸੀ, ਨੈਸ਼ਨਲ ਲੈਵਲ ਦਾ ਪਲੇਅਰ ਹੈ, ਤੇ ਅੱਜ ਆ ਨਸ਼ੇ ਕਰਦਾ ਪਿਆ। ਕਈ ਬੱਚੇ ਮੇਰੀ ਅੱਖਾਂ ਦੇ ਸਾਹਮਣੇ ਮਰੇ ਆ, ਠੀਕ ਹੈ ਨਾ, ਨਸ਼ੇ ਕਰਦੇ ਹੋਏ। ਕਾਰਨ ਪਤਾ ਕੀ ਆ ਕਿ ਜੇਕਰ ਮੰਨ ਲਓ ਇੱਕ ਤਾਂ ਜਾਂ ਸਹੀ ਰਾਹ ਹੁੰਦਾ, ਇੱਕ ਗਲਤ ਰਾਹ ਹੁੰਦਾ। ਜੇ ਸਮੇਂ ਸਿਰ ਸਹੀ ਰਾਹ, ਸਹੀ ਸਰਕਾਰ ਉਹਦਾ ਸਹੀ ਹੱਥ ਫੜ ਲੈਂਦੀ ਆ, ਤੇ ਉਹ ਬੰਦਾ ਤਰੱਕੀ ਕਰਦਾ ਜਾਂਦਾ ਆ। ਜੇਕਰ ਉਹੀ ਗਲਤ ਸਮੇਂ ਤੇ, ਠੀਕ ਹੈ ਨਾ, ਬੱਚੇ ਦਾ ਗਲਤ ਸਮਾਂ ਵੀ ਆ ਜਾਂਦਾ ਵਾ, ਤੇ ਉਹ ਗਲਤ ਬੰਦੇ ਉਹਦਾ ਹੱਥ ਫੜ ਲੈਂਦੇ ਆ, ਤੇ ਉਹ ਸ਼ਾਇਦ ਗੈਂਗਸਟਰ ਬਣ ਜਾਂਦੇ ਆ। ਜਾਂ ਫਿਰ ਕਈ ਬੱਚਿਆਂ ਨੂੰ ਇਹ ਫੀਲ ਹੁੰਦਾ ਕਿ ਯਾਰ ਸਾਨੂੰ ਸਾਡਾ ਹੱਕ ਨਾ ਲੜ ਕੇ ਹੀ ਮਿਲਣਾ ਆ, ਠੀਕ ਹੈ ਨਾ। ਉਹ ਲੜਦੇ ਆਪਣਾ ਰਾਹ ਐਸਾ ਚੁਣ ਲੈਂਦੇ ਆ ਕਿ ਉਹ ਵਾਪਸ ਆਉਣ ਦਾ ਮਤਲਬ ਕਿ ਨਾਮ ਨਹੀਂ ਉਹ ਲੈ ਸਕਦੇ, ਕਿਉਂ ਵਾਪਸ ਆ ਹੀ ਨਹੀਂ ਸਕਦੇ। ਕਿਵੇਂ ਵਾਪਸ ਆ ਜਾਣਗੇ, ਠੀਕ ਹੈ ਨਾ। ਜਾਂ ਤਾਂ ਉਹਨਾਂ ਦਾ ਐਨਕਾਊਂਟਰ ਹੋਇਆ ਹੁੰਦਾ ਵਾ, ਜਾਂ ਫਿਰ ਉਹ ਵਿਚਾਰੇ ਇਸ ਕਾਬਿਲ ਨਹੀਂ ਹੁੰਦੇ ਕਿਤੇ ਸਮਾਜ ਦੇ ਵਿੱਚ ਖੜ ਸਕਣ। ਇਹ ਗੱਲ ਸਰ ਬੜੀ ਤਰਾਸਦੀ ਹੈ। ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਹਿੰਮਤ ਬਰਕਰਾਰ ਹੈ, ਤੇ ਕੋਸ਼ਿਸ਼ ਇਹੀ ਹੈ ਕਿ ਇਹਨਾਂ ਨੂੰ ਕਾਬਲੀਅਤ ਦੇ ਆਧਾਰ ਤੇ ਇਹਨਾਂ ਦਾ ਹੱਕ ਜ਼ਰੂਰ ਮਿਲੇ। ਪਰ ਸਰਕਾਰ ਇੱਕ ਪਾਸੇ ਉਹਨਾਂ ਲੋਕਾਂ ਨੂੰ, ਉਹਨਾਂ ਠੱਗ ਬਿਲਡਰਾਂ ਨੂੰ ਜੋ ਬਿਨਾਂ ਪਰਮਿਸ਼ਨ ਤੋਂ ਕਲੋਨੀਆਂ ਵੀ ਕੱਟਦੇ ਨੇ, ਪਲਾਟ ਵੀ ਵੇਚਦੇ ਨੇ, ਸਭ ਕੁਝ ਕਰਦੇ ਨੇ, ਉਸਾਰੀ ਵੀ ਕਰਦੇ ਨੇ। ਤੇ ਸਰਕਾਰ ਬੜੀ ਚਲਾਕੀ ਦੇ ਨਾਲ ਕੀ ਕਰਦੀ ਹੈ, ਇੱਕ ਬੈਕ ਡੇਟ ਦੀ ਪਾਲਿਸੀ ਬਣਾ ਕੇ ਕਹਿੰਦੀ ਹੈ ਕੋਈ ਨਾ ਤੁਸੀਂ ਇੰਨਾ ਕੁ ਫਾਈਨ ਭਰ ਦਿਓ ਤੇ ਤੁਹਾਡੀਆਂ ਅਸੀਂ ਗੈਰ ਕਾਨੂੰਨੀ ਕਲੋਨੀਆਂ ਨੂੰ ਵੀ ਕਾਨੂੰਨੀ ਕਰ ਦਾਂਗੇ, ਮਾਨਤਾ ਦੇ ਦਾਂਗੇ। ਪਰ ਇਹਨਾਂ ਨੂੰ ਤਾਂ ਹੱਕ, ਇਹਨਾਂ ਦਾ ਤਾਂ ਹੱਕ ਬਣਦਾ ਹੈ। ਇਹਨਾਂ ਨੇ ਤਾਂ ਸਭ ਕੁਝ ਕੀਤਾ ਵੀ ਹੈ, ਪੜ੍ਹਾਈ ਵੀ ਕੀਤੀ ਹੈ, ਖੇਡਾਂ ਵੀ ਖੇਡੇ ਨੇ, ਤੇ ਸੈਂਕੜਿਆਂ ਤੋਂ ਜ਼ਿਆਦਾ ਮੈਡਲ ਤੇ ਸਰਟੀਫਿਕੇਟ ਇਹਨਾਂ ਕੋਲ ਪਏ ਨੇ। ਪਰ ਅਫਸੋਸ ਕਿ ਇਹਨਾਂ ਨੇ ਆਪਣੀ ਜ਼ਮੀਰ ਨਹੀਂ ਵੇਚੀ, ਇਹਨਾਂ ਨੇ ਰਿਸ਼ਵਤ ਨਹੀਂ ਦਿੱਤੀ, ਕਿਉਂਕਿ ਇੰਨੇ ਪੈਸੇ ਨਹੀਂ ਸੀ। ਹੱਡ ਤੋੜ ਮਿਹਨਤ ਜ਼ਰੂਰ ਕੀਤੀ ਹੈ, ਚਾਹੇ ਉਹ ਜ਼ਿੰਦਗੀ ਦਾ ਮੈਦਾਨ ਹੋਵੇ, ਚਾਹੇ ਉਹ ਖੇਡ ਮੈਦਾਨ ਹੋਵੇ। ਪਰ ਅਫਸੋਸ ਆਪਣੇ ਸਿਆਸੀ ਮੈਦਾਨ ਦੇ ਵਿੱਚ ਪਾਰਟੀ ਕੋਈ ਵੀ ਹੋਵੇ, ਉਹ ਇਹਨਾਂ ਦੇ ਅੱਗੇ ਬੜੀ ਛੋਟੀ ਨਜ਼ਰ ਆਉਂਦੀ ਹੈ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ, ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।